हाँ जी, ਆਪਾਂ ਸੈਕਿੰਡ ਬੁੱਕ ਸਟਾਰਟ ਕਰਨ ਜਾ ਰਹੇ ਹਾਂ ਵਾਈਬ੍ਰੇਸ਼ਨ ਐਂਡ ਵੇਵਸ। ਉਸ ਦਾ ਫਸਟ ਚੈਪਟਰ ਹੈਗਾ ਸਿੰਪਲ ਐਂਡ ਡੈਂਪਡ ਸਿੰਪਲ ਹਾਰਮੋਨਿਕ ਔਸੀਲੇਸ਼ਨ। ਇਸ ਦੇ ਵਿੱਚ ਕੀ ਆ, ਹੁਣ ਸਪੋਜ਼ ਆਪਣੇ ਕੋਲ ਕੋਈ ਵੀ ਬੋਡੀ ਆ, ਬੋਡੀ ਨੂੰ ਆਪਾਂ ਮੋਸ਼ਨ ਦੇ ਵਿੱਚ ਕਦੋਂ ਕਹਾਂਗੇ, ਜਦੋਂ ਆਪਣੇ ਕੋਲੇ ਜਿਹੜੀ ਬੋਡੀ ਆਪਣੀ ਪੋਜੀਸ਼ਨ ਚੇਂਜ ਕਰ ਰਹੀ ਹੈ ਵਿਦ ਦ ਟਾਈਮ ਦੇ ਨਾਲ। ਹੁਣ ਇਹ ਮੋਸ਼ਨ ਤੁਹਾਡੀ ਜਿਹੜੀ ਹੋ ਰਹੀ ਹੈ ਉਹ ਟਰਾਂਸਲੇਟਰੀ ਹੋ ਸਕਦੀ ਹੈ, ਰੋਟੇਟਰੀ ਮੋਸ਼ਨ ਹੋ ਸਕਦੀ ਹੈ ਜਾਂ ਵਾਈਬ੍ਰੇਟਰੀ ਮੋਸ਼ਨ ਹੋ ਸਕਦੀ ਹੈ, ਜਾਂ ਆਪਣੇ ਕੋਲ ਤਿੰਨੋਂ ਜਿਹੜੀਆਂ ਮੋਸ਼ਨ ਦੀਆਂ ਟਾਈਪਸ ਹੈਗੀਆਂ ਤਿੰਨਾਂ ਦਾ ਕੰਬੀਨੇਸ਼ਨ ਹੋ ਸਕਦੀ ਹੈ। ਟਰਾਂਸਲੇਟਰੀ ਮੋਸ਼ਨ ਕੀ ਹੈ, ਜਿਸ ਦੇ ਵਿੱਚ ਸਾਰੇ ਜਿਹੜੇ ਪਾਰਟੀਕਲਸ ਹੈਗੇ ਬੋਡੀ ਦੇ ਉਹ ਮੂਵ ਕਰਨਗੇ ਅਲੋਂਗ ਪੈਰਲਲ ਪਾਥ। ਰੋਟੇਟਰੀ ਮੋਸ਼ਨ ਦੇ ਵਿੱਚ ਆਪਣੇ ਜਿਹੜੇ ਸਾਰੇ ਪਾਰਟੀਕਲਸ ਹੈਗੇ ਬੋਡੀ ਦੇ ਉਹ ਮੂਵ ਕਰਨਗੇ ਸਰਕੂਲਰ ਪਾਥ। ਅਗਰ ਉਹਨਾਂ ਦੇ ਜਿਹੜੇ ਸਾਰੇ ਪਾਰਟੀਕਲਸ ਦੇ ਸੈਂਟਰ ਨੂੰ ਆਪਾਂ ਜੁਆਇਨ ਕਰ ਦਈਏ ਇੱਕ ਸਟ੍ਰੇਟ ਲਾਈਨ ਦੇ ਨਾਲ, ਤਾਂ ਉਹ ਲਾਈਨ ਨੂੰ ਆਪਾਂ ਕੀ ਕਹਾਂਗੇ, ਐਕਸਿਸ ਆਫ ਰੋਟੇਸ਼ਨ। ਵਾਈਬ੍ਰੇਟਰੀ ਮੋਸ਼ਨ ਦੇ ਵਿੱਚ ਆਪਣੇ ਕੋਲੇ ਕੀ ਆ, ਪਾਰਟੀਕਲਸ ਦੀ ਟੂ ਐਂਡ ਫਰੋ ਮੋਸ਼ਨ ਹੋ ਰਹੀ ਹੈ, ਅੱਗੇ ਐਂਡ ਪਿੱਛੇ ਜਿਹੜੀ ਮੂਵਮੈਂਟ ਹੋ ਰਹੀ ਹੈ ਉਹ ਆਪਣੇ ਕੋਲੇ ਕੀ ਹੈਗੀ ਹੈ, ਵਾਈਬ੍ਰੇਟਰੀ ਮੋਸ਼ਨ ਹੈ। ਇਸ ਦੇ ਐਗਜ਼ਾਮਪਲ ਹੈਗੇ ਜਿਵੇਂ ਆਪਣੇ ਕੋਲ ਸਿੰਪਲ ਪੈਂਡੂਲਮ ਹੈ। ਨੈਕਸਟ ਹੈਗਾ ਵਾਈਬ੍ਰੇਸ਼ਨ ਵਰਸਿਸ ਔਸੀਲੇਸ਼ਨ। ਵਾਈਬ੍ਰੇਸ਼ਨ ਤੇ ਔਸੀਲੇਸ਼ਨ ਆਪਣੇ ਕੋਲੇ ਦੋਨੋਂ ਕੀ ਆ, ਪੀਰੀਓਡਿਕ ਮੋਸ਼ਨਾਂ ਨੇ, ਦੋਨੋਂ ਹੀ ਟੂ ਐਂਡ ਫਰੋ ਮੋਸ਼ਨ ਹੈ। ਫਰਕ ਸਿਰਫ ਕਿਹੜੀ ਚੀਜ਼ ਦਾ ਆਪਣੇ ਕੋਲੇ, ਵਾਈਬ੍ਰੇਸ਼ਨ ਦੇ ਵਿੱਚ ਜਿਹੜੀ ਫ੍ਰੀਕੁਐਂਸੀ ਹੈ ਉਹ ਜ਼ਿਆਦਾ ਹੈ, ਔਸੀਲੇਸ਼ਨ ਦੀ ਆਪਣੇ ਕੋਲੇ ਫ੍ਰੀਕੁਐਂਸੀ ਘੱਟ ਹੈ। ਨੈਕਸਟ ਹੈਗਾ ਸਿੰਪਲ ਹਾਰਮੋਨਿਕ ਔਸੀਲੇਸ਼ਨ। ਹੁਣ ਸਪੋਜ਼ ਆਪਾਂ ਕੋਈ ਵੀ ਵਾਈਬ੍ਰੇਸ਼ਨ ਲੈ ਕੇ ਚੱਲੇ ਹਾਂ ਟਾਈਮ ਇੰਟਰਵਲ ਟੀ ਦੇ ਵਿੱਚ, ਉਸ ਨੂੰ ਆਪਾਂ ਡਿਨੋਟ ਕਰਾਂਗੇ ਫੰਕਸ਼ਨ ਸਾਈਨ ਐਂਡ ਕੋਸਾਈਨ ਦੇ ਵਿੱਚ। ਉਹ ਤੁਹਾਡੇ ਕੋਲੇ ਕੀ ਹੈ, x is equals to a0 plus b0 plus a1 sin ω1 t plus b1 cos ω1 t ਅਪ ਟੂ ਸੋਨ ਚੱਲਦਾ ਜਾਏਗਾ। ਅਗਰ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਉਸ ਨੂੰ ਆਪਾਂ ਸਿੰਪਲ ਫਾਰਮ ਦੇ ਵਿੱਚ ਐਕਸਪ੍ਰੈਸ ਕਰੀਏ ਤਾਂ ਆਪਣੇ ਕੋਲੇ ਕੀ ਬਣ ਜਾਏਗਾ, x is equals to a sin ω t plus cos ω t। ਹੁਣ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਇਹ ਆਪਣੇ ਕੋਲੇ ਵਾਈਬ੍ਰੇਟਰੀ ਔਸੀਲੇਟਰੀ ਵੇਰੀਏਸ਼ਨ ਦੀ ਇੱਕ ਸਿੰਪਲੈਸਟ ਫਾਰਮ ਬਣ ਗਈ, ਜਿਸ ਦੀ ਆਪਣੇ ਕੋਲੇ ਵੇਰੀਏਸ਼ਨ ਹੋ ਰਹੀ ਹੈ x ਦੀ ਵਿਦ ਟਾਈਮ ਦੇ ਨਾਲ। ਤੇ ਇਹ ਵਾਲੀ ਜਿਹੜੀ ਔਸੀਲੇਸ਼ਨ ਹੈ ਉਸ ਨੂੰ ਆਪਾਂ ਕਹਾਂਗੇ ਸਿੰਪਲ ਹਾਰਮੋਨਿਕ ਔਸੀਲੇਸ਼ਨ। ਉਸ ਨੂੰ ਰਿਪਰੈਜ਼ੈਂਟ ਕਰਾਂਗੇ ਕੈਪੀਟਲ SHO ਦੇ ਨਾਲ। ਸਿੰਪਲ ਹਾਰਮੋਨਿਕ ਮੋਸ਼ਨ ਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ ਕੈਪੀਟਲ SHM ਦੇ ਨਾਲ। ਇਸ ਕੇਸ ਦੇ ਸਿੰਪਲ ਹਾਰਮੋਨਿਕ ਮੋਸ਼ਨ ਦੇ ਵਿੱਚ ਆਪਣੇ ਕੋਲੇ ਜਿਹੜੀ ਡਿਸਪਲੇਸਮੈਂਟ ਹੋ ਰਹੀ ਹੈ ਉਸ ਨੂੰ ਆਪਾਂ x ਨਾਲ ਰਿਪਰੈਜ਼ੈਂਟ ਕਰਾਂਗੇ, ਠੀਕ ਹੈ। ਤੇ SHO ਦੇ ਵਿੱਚ ਜਿਹੜੀ x ਹੈਗੀ ਉਹ ਮੇ ਬੀ ਕੋਈ ਹੋਰ ਵੇਰੀਏਬਲ ਹੋ ਸਕਦਾ, ਸੇ ਇਲੈਕਟ੍ਰਿਕ ਚਾਰਜ ਵੀ ਆਪਾਂ ਕਹਿ ਸਕਦੇ ਹਾਂ। ਅਗਰ ਆਪਾਂ ਇਸ ਇਕੁਏਸ਼ਨ ਦੇ ਵਿੱਚ a ਦੀ ਵੈਲਿਊ ਨੂੰ a cos ਫਾਈ ਤੇ b ਦੀ ਵੈਲਿਊ ਨੂੰ a sin ਫਾਈ ਪੁੱਟ ਕਰ ਦਈਏ ਤਾਂ ਇਹ ਵਾਲੀ ਇਕੁਏਸ਼ਨ ਕੀ ਬਣ ਜਾਏਗੀ, x is equals to a sin ω t into cos ਫਾਈ ਪਲੱਸ a cos ω t sin ਫਾਈ। ਇਹ ਵਾਲਾ ਫਾਰਮੂਲਾ ਆਪਣੇ ਕੋਲੇ ਬਣ ਰਿਹਾ sin a plus b ਦਾ, ਤੇ ਇਸ ਨੂੰ ਆਪਾਂ ਕੀ ਲਿਖਾਂਗੇ, x is equals to a sin ω t plus ਫਾਈ। ਨੈਕਸਟ ਅਗਰ ਆਪਾਂ a ਦੀ ਜਗ੍ਹਾ ਤੇ ਮਾਈਨਸ a sin ਫਾਈ ਤੇ b ਦੀ ਜਗ੍ਹਾ ਤੇ a cos ਫਾਈ ਪੁੱਟ ਕਰ ਦਈਏ ਤਾਂ ਆਪਣੇ ਕੋਲੇ ਕੀ ਬਣੇਗਾ, ਸਾਈਨ a ਪਲਸ b ਦਾ ਫਾਰਮੂਲਾ ਬਣ ਰਿਹਾ ਹੈ, ਉਸ ਨੂੰ ਆਪਾਂ ਲਿਖ ਸਕਦੇ ਹਾਂ x is equals to a cos ω t plus ਫਾਈ। ਓਮੇਗਾ ਤੇ ਜਿਹੜਾ ਫਾਈ ਹੈ ਉਸ ਨੂੰ ਆਪਾਂ ਐਕਸਪ੍ਰੈਸ ਕਰਾਂਗੇ ਇਨ ਟਰਮਸ ਆਫ ਸਮੋਲ a ਐਂਡ ਸਮੋਲ b। ਅਗਰ ਆਪਣੇ ਕੋਲੇ ਸਮੋਲ a ਦੀ ਵੈਲਿਊ ਕੈਪੀਟਲ A cos ਫਾਈ ਹੈ, ਸਮੋਲ b ਦੀ ਵੈਲਿਊ a sin ਫਾਈ ਹੈ, ਤਾਂ ਇਸ ਦੇ ਵਿੱਚ ਆਪਾਂ ਕੈਪੀਟਲ A ਦੀ ਵੈਲਿਊ ਕੱਢ ਸਕਦੇ ਹਾਂ। ਕੈਪੀਟਲ A ਕਿਸ ਦੇ ਇਕੁਅਲ ਆ ਜਾਏਗਾ, ਅਗਰ ਆਪਾਂ ਦੋਨਾਂ ਨੂੰ ਕੀ ਹੈ ਸਕੁਏਅਰਿੰਗ ਕਰਕੇ ਐਡ ਕਰ ਦਈਏ ਆਪਣੇ ਕੋਲੇ ਕੀ ਬਣ ਜਾਏਗਾ, a ਸਕੁਏਅਰ ਪਲੱਸ a ਸਕੁਏਅਰ ਕਾਮਨ ਕਰ ਲਾਂਗੇ, cos ਸਕੁਏਅਰ ਫਾਈ ਪਲੱਸ ਸਾਈਨ ਸਕੁਏਅਰ ਫਾਈ ਦੈਟ ਇਜ਼ ਇਕੁਅਲ ਟੂ 1। ਤਾਂ ਇਹਦੀ ਵੈਲਿਊ ਆਪਣੇ ਕੋਲ ਰਹਿ ਜਾਏਗੀ a ਸਕੁਏਅਰ ਪਲੱਸ b ਸਕੁਏਅਰ ਹੋਲ ਦੀ ਪਾਵਰ 1/2। ਤੇ ਅਗਰ ਇਸ ਨੂੰ ਆਪਾਂ ਡਿਵਾਈਡ ਕਰਾਂਗੇ ਆਪਣੇ ਕੋਲ tan ਫਾਈ ਕਿਸ ਦੇ ਇਕੁਅਲ ਆ ਜਾਏਗਾ, b/a ਦੀ। ਨੈਕਸਟ ਹੈਗਾ ਡਿਫਰੈਂਸ਼ੀਅਲ ਇਕੁਏਸ਼ਨ ਆਫ ਸਿੰਪਲ ਹਾਰਮੋਨਿਕ ਮੋਸ਼ਨ। ਆਪਾਂ ਕੀ ਕਰਨਾ, ਇਹ ਵਾਲੀ ਜਿਹੜੀ ਇਕੁਏਸ਼ਨ ਆ ਗਈ ਆਪਾਂ ਇਸ ਨੂੰ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ। ਦੋ ਵਾਰੀ ਆਪਾਂ ਡੈਰੀਵੇਟਿਵ ਕਰਨਾ। ਫਸਟ ਡੈਰੀਵੇਟਿਵ ਕੀ ਆ ਜਾਏਗਾ, dx/dt ਇਜ਼ ਇਕੁਅਲ ਟੂ ਮਾਈਨਸ a ਐਜ਼ ਇਟ ਇਜ਼ cos ਦਾ ਮਾਈਨਸ ਸਾਈਨ ω t ਪਲੱਸ ਫਾਈ। ਫਿਰ ਆਪਾਂ ਡੈਰੀਵੇਟਿਵ ਕਰਾਂਗੇ ਤਾਂ ਡਬਲ ਡੈਰੀਵੇਟਿਵ ਦੇ ਵਿੱਚ a ਐਜ਼ ਇਟ ਇਜ਼, ਓਮੇਗਾ ਵੀ ਐਜ਼ ਇਟ ਇਜ਼, ਸਾਈਨ ਦਾ ਆਪਣੇ ਕੋਲੇ cos ω t ਤੇ ਓਮੇਗਾ t ਦਾ ਆਪਣੇ ਕੋਲੇ ਓਮੇਗਾ ਬਣ ਜਾਏਗਾ, ਤਾਂ ਓਮੇਗਾ ਦੀ ਸਕੁਏਅਰ। ਤਾਂ ਡਬਲ ਡੈਰੀਵੇਟਿਵ ਕਿਸ ਦੇ ਇਕੁਅਲ ਆ ਗਿਆ, ਮਾਈਨਸ ਓਮੇਗਾ ਸਕੁਏਅਰ a cos ω t ਪਲੱਸ ਫਾਈ। ਇਸ ਨੂੰ ਆਪਾਂ ਫਿਰ ਕੀ ਲਿਖ ਸਕਦੇ ਹਾਂ, x ਜਿਹੜਾ ਆਪਾਂ ਲੈ ਕੇ ਚੱਲੇ ਸੀ। ਤਾਂ ਸਿੰਪਲ ਹਾਰਮੋਨਿਕ ਮੋਸ਼ਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅਗਰ x ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ ਐਜ਼ ਅ ਡਿਸਪਲੇਸਮੈਂਟ, ਤਾਂ d ਸਕੁਏਅਰ x/dt ਸਕੁਏਅਰ ਕੀ ਹੈ, ਐਕਸਲਰੇਸ਼ਨ ਹੈਗੀ ਹੈ ਪਾਰਟੀਕਲਸ ਦੀ। ਓਮੇਗਾ ਆਪਣੇ ਕੋਲੇ ਕੌਨਸਟੈਂਟ ਹੈ। ਤਾਂ ਸਿੰਪਲ ਹਾਰਮੋਨਿਕ ਮੋਸ਼ਨ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ, ਜਿਹੜੀ ਮੋਸ਼ਨ ਹੈਗੀ ਹੈ ਪਾਰਟੀਕਲਸ ਦੀ
ਉਸ ਦੇ ਵਿੱਚ ਐਕਸ ਰਿਲੇਸ਼ਨ ਕਿਸ ਦੇ ਡਾਇਰੈਕਟਲੀ ਪ੍ਰੋਪੋਰਸ਼ਨ ਹੈਗੀ ਹੈ, ਡਿਸਪਲੇਸਮੈਂਟ ਦੇ, ਬਟ ਅਪੋਜ਼ਿਟ, ਬਟ ਉਸ ਦੀ ਡਾਇਰੈਕਸ਼ਨ ਕੀ ਹੈ, ਅਪੋਜ਼ਿਟ ਹੈ। ਅਗਰ ਆਪਾਂ ਇਹ ਵਾਲੀ ਟਰਮ ਨੂੰ ਇੱਧਰ ਲੈ ਕੇ ਆਵਾਂਗੇ ਤਾਂ ਡੀ ਸਕੇਅਰ ਐਕਸ ਅਪੋਨ ਡੀ ਟੀ ਸਕੇਅਰ ਪਲੱਸ ਓਮੇਗਾ ਸਕੇਅਰ ਐਕਸ ਇਜ਼ ਇਕਵਸ ਟੂ 0 ਬਣ ਜਾਏਗਾ। ਇਹ ਆਪਣੇ ਕੋਲ ਇਕੁਏਸ਼ਨ ਡਿਫਰੈਂਸ਼ੀਅਲ ਇਕੁਏਸ਼ਨ ਹੈਗੀ ਸਿੰਪਲ ਹਾਰਮੋਨਿਕ ਮੋਸ਼ਨ ਦੀ। ਨੈਕਸਟ ਹੈਗਾ ਟਾਈਮ ਪੀਰੀਅਡ ਆਫ ਸਿੰਪਲ ਹਾਰਮੋਨਿਕ ਮੋਸ਼ਨ। ਇਸ ਦੇ ਵਿੱਚ ਹੁਣ ਇਕੁਏਸ਼ਨ ਆਪਾਂ ਕੈਲਕੂਲੇਟ ਕੀਤੀ ਹੈ, ਮੰਨ ਕੇ ਚੱਲੇ ਸੀ ਐਕਸ ਇਜ਼ ਇਕਵਸ ਟੂ ਏ ਕੋਸ ਓਮੇਗਾ ਟੀ ਪਲੱਸ ਫਾਈ। ਹੁਣ cos ਥੀਟਾ, cos ਦੀ ਜਿਹੜੀ ਪ੍ਰੋਪਰਟੀ ਉਹ ਕੀ ਹੈ, cos ਥੀਟਾ ਇਜ਼ ਇਕਵਸ ਟੂ cos ਥੀਟਾ ਪਲੱਸ 2 ਪਾਈ। ਅਗਰ ਥੀਟਾ ਦੇ ਵਿੱਚ ਆਪਾਂ 2 ਪਾਈ ਐਡ ਕਰਾਂਗੇ ਤਾਂ ਕੋਈ ਚੇਂਜ ਨਹੀਂ ਆ ਰਿਹਾ ਆਪਣੇ ਕੋਲ ਥੀਟਾ ਦੇ ਵਿੱਚ, ਤਾਂ ਇਸ ਦੇ ਵਿੱਚ ਆਪਾਂ ਕੀ ਕਰਨਾ, 2 ਪਾਈ ਨੂੰ ਐਡ ਕਰ ਦੇਣਾ, ਤਾਂ ਉਹ ਕਿਸ ਦੇ ਇਕੁਅਲ ਆ ਜਾਏਗਾ, a cos ਓਮੇਗਾ ਕਾਮਨ ਕਰਾਂਗੇ t ਪਲੱਸ 2 ਪਾਈ ਅਪੋਨ ਓਮੇਗਾ ਪਲੱਸ 5। ਹੁਣ ਆਪਣੇ ਕੋਲ ਕੀ ਹੈ, ਅਗਰ ਇਹ ਵਾਲੀ ਇਕੁਏਸ਼ਨ ਤੇ ਇਹ ਵਾਲੀ ਇਕੁਏਸ਼ਨ, ਹੁਣ ਐਕਸ ਇੱਥੇ ਵੀ ਡਿਸਪਲੇਸਮੈਂਟ ਹੈ, ਇੱਥੇ ਵੀ ਡਿਸਪਲੇਸਮੈਂਟ ਕਿਹੜੀ ਹੈ, ਐਕਸ। ਸਿਰਫ ਅਗਰ ਇਸ ਨੂੰ ਆਪਾਂ ਦੋਨਾਂ ਨੂੰ ਕੰਪੇਅਰ ਕਰੀਏ ਤਾਂ ਆਪਣੇ ਕੋਲ ਟੀ ਦੀ ਜਗ੍ਹਾ 'ਤੇ ਕੀ ਆ ਰਿਹਾ, ਟੀ ਪਲੱਸ 2 ਪਾਈ ਅਪੋਨ ਓਮੇਗਾ, ਠੀਕ ਹੈ। ਡਿਸਪਲੇਸਮੈਂਟ ਦੀ ਸੇਮ ਵੈਲਿਊ ਦੇ ਉੱਪਰ ਇੱਕ ਤਾਂ ਆਪਣੇ ਕੋਲ ਟਾਈਮ ਕੀ ਆ ਰਿਹਾ, ਟੀ ਆ ਰਿਹਾ, ਇੱਕ ਵੈਲਿਊ ਆਪਣੇ ਕੋਲ ਟੀ ਪਲੱਸ 2 ਪਾਈ ਅਪੋਨ ਓਮੇਗਾ ਆ ਰਹੀ ਹੈ। ਤਾਂ ਇਹ ਵਾਲਾ ਜਿਹੜਾ 2 ਪਾਈ ਅਪੋਨ ਓਮੇਗਾ ਹੈਗਾ, ਇਸ ਨੂੰ ਆਪਾਂ ਕੀ ਲਿਖਾਂਗੇ, ਟਾਈਮ ਪੀਰੀਅਡ that is equal to capital T is equals to 2 pi upon omega. Next है simple harmonic motion as a projection of uniform circular motion as one of the diameter. Suppose कोई भी rotating vector है अपने को OP जो अपने को rotate कर रहे angular velocity ओमेगा दे नाल clockwise डायरेक्शन ਦੇ ਵਿੱਚ मूव कर रहे हैं। ਸਪੋਜ਼ ਕਿਸੇ ਵੀ ਟਾਈਮ 0 ਦੇ ਉੱਪਰ, ਜਦੋਂ ਆਪਣੇ ਕੋਲ ਟਾਈਮ 0 ਹੈ ਤਾਂ ਆਹ ਵਾਲਾ ਵੈਕਟਰ ਹੈ ਜਿਹੜਾ OP ਡੈਸ਼ ਨੂੰ ਰਿਪਰੈਜ਼ੈਂਟ ਕਰ ਰਿਹਾ, ਤਾਂ ਉਹ ਇੱਥੇ ਖੜਾ ਮੀਜ਼ੋ ਵੈਕਟਰ। ਤੇ ਐਕਸ ਐਕਸਿਸ ਦੇ ਨਾਲ ਆਪਣੇ ਕੋਲ ਐਂਗਲ ਕਿਹੜਾ ਬਣਾ ਰਿਹਾ, ਫਾਈ। ਜਦੋਂ ਆਪਣੇ ਕੋਲ ਟਾਈਮ ਦੀ ਵੈਲਿਊ t ਹੈ ਤਾਂ ਇਹ ਵੈਕਟਰ ਰੋਟੇਟ ਹੋ ਕੇ ਆਹ ਵਾਲੀ ਪੋਜੀਸ਼ਨ 'ਚ ਚਲਾ ਗਿਆ, ਤੇ ਇੱਥੇ ਇਹਨਾਂ ਦੇ ਵਿਚਕਾਰ, ਦੋਨਾਂ ਦੇ ਵਿਚਕਾਰ ਐਂਗਲ ਕਿੰਨਾ ਹੈਗਾ, ਓਮੇਗਾ ਟੀ, ਠੀਕ ਹੈ। ਉਸ ਤੋਂ ਬਾਅਦ ਆਪਾਂ P ਤੋਂ ਲੈ ਕੇ ਐਕਸ ਐਕਸਿਸ ਦੇ ਉੱਪਰ ਇੱਕ ਨੋਰਮਲ ਡਰਾ ਕੀਤਾ ਜਿਹੜਾ M ਪੁਆਇੰਟ 'ਤੇ ਕੱਟ ਕਰ ਰਿਹਾ ਹੈ। ਫਿਰ ਵਾਈ ਐਕਸਿਸ ਦੇ ਉੱਪਰ ਫਿਰ ਨੋਰਮਲ ਡਰਾ ਕੀਤਾ ਜਿਹੜਾ N ਪੁਆਇੰਟ 'ਤੇ ਕੱਟ ਕਰ ਰਿਹਾ। ਸਪੋਜ਼ OM ਦੀ ਵੈਲਿਊ ਆਪਣੇ ਕੋਲ X ਹੈ, ON ਦੀ ਵੈਲਿਊ ਆਪਣੇ ਕੋਲ Y ਹੈ। ਹੁਣ ਆਪਾਂ ਕੈਲਕੂਲੇਟ ਕਰਨਾ ਹੈਗਾ MOP, ਇਹ ਵਾਲਾ ਐਂਗਲ ਕੈਲਕੂਲੇਟ ਕਰਨਾ, ਉਹ ਕਿਸ ਦੇ ਕੋਲ ਓਮੇਗਾ ਟੀ ਪਲੱਸ 5 ਦੇ, ਠੀਕ ਹੈ। ਇਸ ਟ੍ਰਾਇੰਗਲ ਦੇ ਵਿੱਚੋਂ ਆਪਾਂ ਕੀ ਹੈ, cos ਓਮੇਗਾ ਟੀ ਪਲੱਸ 5 ਦੀ ਵੈਲਿਊ ਕੈਲਕੂਲੇਟ ਕਰਾਂਗੇ, ਉਹ ਕਿਸ ਦੇ ਕੋਲ ਆ ਜਾਏਗੀ, OM ਅਪੋਨ OP ਦੇ। ਤਾਂ OM ਆਪਣਾ ਕਿਸ ਦੇ ਕੋਲ ਆ ਜਾਏਗਾ, OP cos ਓਮੇਗਾ ਟੀ ਪਲੱਸ 5 ਦੇ। OM ਆਪਣਾ ਕਿਸ ਦੇ ਕੋਲ ਹੈ, X ਦੇ, ਤੇ OP ਕੀ ਹੈ ਤੁਹਾਡੇ ਕੋਲ, OP ਸਪੋਜ਼ ਇਸ ਦੀ ਵੈਲਿਊ ਹੈਗੀ ਕੈਪੀਟਲ A, ਤਾਂ X ਇਜ਼ ਇਕਵਸ ਟੂ A cos ਓਮੇਗਾ ਟੀ ਪਲੱਸ 5 ਹੈ। X ਦੀ ਵੈਲਿਊ ਆ ਗਈ ਆਪਣੇ ਕੋਲ X ਐਕਸਿਸ ਦੇ ਅਲੋਂਗ। ਨੈਕਸਟ ਅਗਰ ਆਪਾਂ Y ਐਕਸਿਸ ਦੇ ਅਲੋਂਗ ਕੈਲਕੂਲੇਟ ਕਰਾਂਗੇ, ਫਿਰ ਆਪਾਂ ਕੀ ਹੈ, ਸਾਈਨ ਥੀਟਾ ਜਿਹੜਾ ਕੈਲਕੂਲੇਟ ਕਰਾਂਗੇ, ਸਾਈਨ ਓਮੇਗਾ ਟੀ ਪਲੱਸ 5 ਦੀ ਵੈਲਿਊ ਕੈਲਕੂਲੇਟ ਕਰਾਂਗੇ, ਤਾਂ ਉਹ ਕਿਸ ਦੇ ਕੋਲ ਆ ਜਾਏਗਾ, Y ਇਜ਼ ਇਕਵਸ ਟੂ A ਸਾਈਨ ਓਮੇਗਾ ਟੀ ਪਲੱਸ 5। ਇਸ ਦੇ ਵਿੱਚ A ਤੇ ਫਾਈ ਜਿਹੜੇ ਆਪਾਂ ਯੂਜ਼ ਕੀਤੇ ਆ ਉਹ ਇੱਕ ਸਿੰਬਲ ਨੇ, ਤੇ A ਕੀ ਹੈ ਆਪਣਾ ਇੱਕ ਐਂਪਲੀਟਿਊਡ ਹੈ, ਠੀਕ ਹੈ। A ਕੀ ਹੈ, OP ਵੈਕਟਰ ਹੈ, OX ਦੀ ਵੈਲਿਊ ਹੈਗੀ ਹੈ, OX ਡੈਸ਼ ਦੀ ਵੈਲਿਊ। ਇੱਥੇ ਆਪਣੀ ਜਿਹੜੀ ਡਿਸਪਲੇਸਮੈਂਟ ਆ ਉਹ ਮੈਕਸੀਮਮ ਹੋ ਰਹੀ ਹੈ, ਮੇਨ ਪੋਜੀਸ਼ਨ ਤੋਂ ਆਪਣੀ ਜਿਹੜੀ ਮੈਕਸੀਮਮ ਡਿਸਪਲੇਸਮੈਂਟ ਹੋ ਰਹੀ ਹੈ ਕਿਹੜੇ ਪੁਆਇੰਟ 'ਤੇ ਹੋ ਰਹੀ ਹੈ, P ਦੇ ਉੱਪਰ, ਦੈਟ ਮੀਨਸ A ਦੀ ਵੈਲਿਊ ਦੇ ਉੱਪਰ। ਤਾਂ ਇਸ ਨੂੰ ਆਪਾਂ ਕੀ ਕਹਾਂਗੇ, ਐਂਪਲੀਟਿਊਡ ਆਫ ਸਿੰਪਲ ਹਾਰਮੋਨਿਕ ਮੋਸ਼ਨ। ਤੇ ਇਹ ਵਾਲਾ ਜਿਹੜਾ ਓਮੇਗਾ ਟੀ ਪਲੱਸ 5 ਹੈ, ਇਸ ਨੂੰ ਆਪਾਂ ਕਹਾਂਗੇ ਫੇਜ਼ ਆਫ ਸਿੰਪਲ ਹਾਰਮੋਨਿਕ ਮੋਸ਼ਨ। ਇਹ ਐਂਗਲ ਹੈਗਾ, ਇੱਕ ਐਂਗਲ ਹੈ, ਇੱਕ ਫੇਜ਼ ਹੈ ਜਿਹੜਾ ਰੋਟੇਟਿੰਗ ਵੈਕਟਰ ਐਕਸ ਐਕਸਿਸ ਦੇ ਨਾਲ ਐਕਸ ਡੈਸ਼ OX ਦੇ ਨਾਲ ਬਣਾ ਰਹੀ ਹੈ। ਨੈਕਸਟ ਹੈਗਾ, ਅਗਰ ਆਪਾਂ ਜਿਹੜਾ ਟਾਈਮ ਹੈ ਫਾਈ ਦੀ ਵੈਲਿਊ ਹੈ ਉਸ ਨੂੰ 0 ਪੁੱਟ ਕਰਾਂਗੇ ਤਾਂ ਆਪਣੇ ਕੋਲ X ਇਜ਼ ਇਕਵਸ ਟੂ ਕਿਸ ਦੇ ਕੋਲ ਆ ਜਾਏਗਾ, A cos ਓਮੇਗਾ ਟੀ ਦੇ। ਸਿਮਿਲਰ ਆਪਾਂ Y ਦੀ ਵੈਲਿਊ ਕੈਲਕੂਲੇਟ ਕਰਾਂਗੇ, Y ਇਜ਼ ਇਕਵਸ ਟੂ A ਸਾਈਨ ਓਮੇਗਾ ਟੀ। ਨੈਕਸਟ ਹੈਗਾ ਰਿਲੇਸ਼ਨ ਬਿਟਵੀਨ ਡਿਸਪਲੇਸਮੈਂਟ ਵੈਲੋਸਿਟੀ ਐਂਡ ਐਕਸਲਰੇਸ਼ਨ ਇਨ ਸਿੰਪਲ ਹਾਰਮੋਨਿਕ ਮੋਸ਼ਨ। ਆਪਾਂ ਦੋ ਜਿਹੜੇ ਡਿਸਪਲੇਸਮੈਂਟ ਦੇ ਫਾਰਮ ਦੇ ਵਿੱਚ ਇਕੁਏਸ਼ਨਾਂ ਕੀਤੀਆਂ ਸੀ, ਅਗਰ Y ਇਜ਼ ਇਕਵਸ ਟੂ A ਸਾਈਨ ਓਮੇਗਾ ਟੀ ਹੈ, ਠੀਕ ਹੈ, Y ਦੀ ਹੈਗੀ ਹੈ। ਹੁਣ ਆਪਾਂ ਇਹ ਵਾਲੀ ਡਿਸਪਲੇਸਮੈਂਟ ਤੋਂ ਵੈਲੋਸਿਟੀ ਫਾਈਂਡ ਆਊਟ ਕਰਾਂਗੇ, ਕਿਵੇਂ ਕਰ ਸਕਦੇ ਹਾਂ, ਇਸ ਦਾ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ ਟਾਈਮ, ਦੈਨ ਆਪਣੇ ਕੋਲ ਵੈਲੋਸਿਟੀ ਆ ਜਾਏਗੀ ਪਾਰਟੀਕਲ ਦੀ। ਤਾਂ V ਇਜ਼ ਇਕਵਸ ਟੂ dy ਅਪੋਨ dt, ਇਹ ਐਜ਼ ਇਟ ਇਜ਼ ਸਾਈਨ ਦਾ ਡੈਰੀਵੇਟਿਵ cos ਓਮੇਗਾ ਟੀ ਦਾ ਓਮੇਗਾ, ਤਾਂ ਵੈਲੋਸਿਟੀ ਆ ਜਾਏਗੀ A ਓਮੇਗਾ cos ਓਮੇਗਾ ਟੀ। ਅਗਰ ਇਸ ਦਾ ਆਪਾਂ ਸਕੁਏਅਰਿੰਗ ਕਰਕੇ
ਉੱਪਰ ਕੀ ਹੈ रूट कर दीए तो cos स्केयर ਨੂੰ ਆਪਾਂ 1 - sin स्केयर ओमेगा टी लिख दीए ਤਾਂ ਆਪਣੇ ਕੋਲੇ sin ਦੀ ਵੈਲਿਊ ਕੀ ਹੈ ਇੱਥੋਂ ਆਪਾਂ sin ਦੀ ओमेगा टी ਦੀ ਵੈਲਿਊ ਕੈਲਕੂਲੇਟ ਕਰਾਂਗੇ y/a ਇੱਥੇ ਪੁੱਟ ਕਰ ਦਾਂਗੇ ਤਾਂ ਵੈਲੋਸਿਟੀ ਕਿਸ ਦੇ ਇਕੁਅਲ ਆ ਜਾਏਗੀ ओमेगा ਇਹ ਵਾਲੀ ਟਰਮ ਚੋਂ ਆਪਾਂ a स्केयर ਕਾਮਨ ਕੀਤਾ a स्केयर ਕਾਮਨ ਕਰਨ ਤੋਂ ਨਾਲ ਉੱਪਰ ਆਪਣੇ ਕੋਲ रूट ਪਿਆ स्केयर ਦੇ ਨਾਲ रूट ਕੈਂਸਲ ਤਾਂ ਆਪਣੇ ਕੋਲ ਕਾਮਨ ਕੀ ਬਾਹਰ ਕੀ ਆਏਗਾ ਓਨਲੀ a ਦੇ ਨਾਲ a ਕੈਂਸਲ ਤਾਂ ਆਪਣੇ ਕੋਲ ਓਨਲੀ ਬਾਹਰ ਦੇ ਵਿੱਚ ब्रैकेट तो बाहर की रह जाएगा ओमेगा तो ओमेगा इंटू रूट ए स्केयर माइनस वाई स्केयर अगर आप एक्सेलरेशन फाइंड करनी है तो ए वाला जो वेलोसिटी है उसका डेरीवेटिव करांगे ਜਾਂ ਆਪਾਂ डबल डेरीवेटिव करांगे ए वाले का तो इत्थे अपन डेरीवेटिव की बन जाएगा ए एज इट इज़ cos ओमेगा टी का माइनस साइन ओमेगा टी का ओनली ओमेगा की स्केयर बन जाएगी तो माइनस ओमेगा स्केयर ए साइन ओमेगा टी ए साइन ओमेगा टी अपना किस दे इक्वल है वाई दे तो अपने को एक्सेलरेशन किस दे इक्वल आ गया माइनस ओमेगा स्केयर वाई दे नैक्सट टेबल दे विच जदों अपने को टाइम की वैल्यू 0 है तो ओमेगा टी 0 आएगा सिमिलर ओमेगा टी की वैल्यू 0 करके आप वाई की वैल्यू कट सकते हैं वाई की वैल्यू 0 आएगी जदों अपने को वाई की वैल्यू 0 है तो वेलोसिटी कितनी आएगी W ओमेगा तो एक्सेलरेशन अपने की आएगी 0 सिमिलर आप T/4 T/2 3 T/4 एंड T टाइम के उपर आप जो ये टेबल है उसकी वैल्यू फाइंड आउट कर सकते हैं अगर आप वेरीएशन करिए डिसप्लेसमेंट की वेलोसिटी ते एक्सेलरेशन तो अपना ग्राफ किमें दा बनेगा तो अपना ग्राफ इस तरीके नाल बन रहा है ठीक है जदों अपने को डिसप्लेसमेंट 0 है जदों वाई की वैल्यू 0 तो वेलोसिटी की कुछ ना कुछ पहले एक्सेलरेशन 0 है जदों अपने को वाई की वैल्यू ए है वेलोसिटी 0 है तो एक्सेलरेशन की वैल्यू अपने को नैगेटिव जा रही है इस तरीके नाल आप जो ग्राफ है वो बना सकते हैं